Religion Outlook. श्लोक महला पंजवा। धंतड़े कुलाह चित ना आवै हिकड़ो। कुलाह तो भाव घाटे वाले। गुरु जी कहते वो धंधे घाटे वाले ने, कोझे ने, जिन्हां दे कारण एक परमात्मा चित्त दे विच ना आवे, जिन्हां दे कारण परमात्मा सानू विसर जाए। नानक सेई तन फुटन जिन्ना साई विसरै। फुटन तो भाव विकारां दे नाल गंदे हो जाना। हे नानक, ਉਹ ਸਰੀਰ ਵਿਕਾਰਾਂ ਦੇ ਨਾਲ ਗੰਦੇ ਹੋ ਗਏ ਸਮਝੋ, ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ। ਮਹਿਲਾ ਪੰਜਵਾਂ। ਪ੍ਰੇਤ ਹੋਂ ਕੀ ਤੋਨ ਦੇਵਤਾ ਤਿਨ ਕਰਨਾ ਹਾਰੀ। ਉਸ ਸਿਰਜਣਹਾਰ ਨੇ ਆਪਣੇ ਨਾਮ ਦੀ ਦਾਤ ਬਖਸ਼ ਕੇ ਜੀਵ ਨੂੰ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ। ਇਹ ਸਭ ਕਰਨ ਦੇ ਪ੍ਰਮਾਤਮਾ ਸਮਰੱਥ ਹੈ। ਸਭੇ ਸਿੱਖ ਉਬਾਰੇਨ ਪ੍ਰਭ ਕਾਜ ਸਵਾਰੇ। ਪ੍ਰਭੂ ਨੇ ਆਪ ਕੰਮ ਸਵਾਰੇ ਤੇ ਸਾਰੇ ਸਿੱਖਾਂ ਨੂੰ ਵਿਕਾਰਾਂ ਤੋਂ ਬਚਾ ਲਿਆ। ਜੋ ਅਸਲੀ ਸਿੱਖ ਹੈ, ਸੱਚਾ ਸਿੱਖ ਹੈ, ਉਹ ਵਿਕਾਰਾਂ ਤੋਂ ਬਚਿਆ ਰਹੇਗਾ, ਬਚਿਆ ਹੋਇਆ ਹੋਵੇਗਾ। ਨਿੰਦਕ ਪਕੜ ਪਛਾੜੇਨ ਝੂਠੇ ਦਰਬਾਰੇ। ਪ੍ਰਮਾਤਮਾ ਨੇ ਨਿਯਮ ਬਣਾਇਆ ਕਿ ਜੋ ਨਿੰਦਕ ਹੈ ਉਹ ਝੂਠ ਦੇ ਦਰਬਾਰ ਦੇ ਵਿੱਚ ਪਟਕੇ ਖਾਂਦਾ ਫਿਰੇਗਾ। ਉਹਨੂੰ ਆਪਣੇ ਮਨ ਦੇ ਵਿੱਚ ਆਪ ਹੀ ਸਜ਼ਾ ਮਿਲਦੀ ਰਹੇਗੀ, ਕਿਸੇ ਦੂਸਰੇ ਨੂੰ ਉਹਨੂੰ ਸਜ਼ਾ ਦੇਣ ਦੀ ਲੋੜ ਨਹੀਂ ਪਏਗੀ। ਇਸ ਮੁੱਦੇ 'ਤੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਕਿਵੇਂ ਨਿੰਦਾ ਜੋ ਹੈ ਆਪਣੇ ਆਪ ਦੇ ਵਿੱਚ ਹੀ ਇੱਕ ਸਜ਼ਾ ਹੈ। ਜੋ ਮਨੁੱਖ ਨਿੰਦਕ ਹੈ, ਜੋ ਨਿੰਦਾ ਕਰਦਾ ਰਹਿੰਦਾ ਹੈ, ਉਹ ਆਪਣੇ ਅੰਦਰ ਹੀ ਕੁੜਦਾ ਰਹਿੰਦਾ ਹੈ, ਆਪਣੇ ਆਪ ਨੂੰ ਆਪ ਹੀ ਸਜ਼ਾ ਦਿੰਦਾ ਰਹਿੰਦਾ ਹੈ। ਇਹ ਨਿਯਮ ਪ੍ਰਮਾਤਮਾ ਨੇ ਹੀ ਬਣਾਇਆ ਹੈ। ਕੋਈ ਇਨਸਾਨ ਨਿਰਧਾਰਤ ਨਹੀਂ ਕਰਦਾ ਇਸ ਗੱਲ ਨੂੰ ਕਿ ਉਹ ਵਾਲਾ ਬੰਦਾ ਨਿੰਦਕ ਹੈ ਤੇ ਮੈਂ ਨਿਰਧਾਰਤ ਕਰਦਾ ਕਿ ਉਹ ਆਪਣੇ ਅੰਦਰ ਕੁੜਦਾ ਰਵੇ। ਇਹ ਨਿਯਮ ਪ੍ਰਮਾਤਮਾ ਦਾ ਬਣਾਇਆ ਹੋਇਆ ਹੈ ਕਿ ਜੇ ਤੁਸੀਂ ਨਿੰਦਕ ਹੋ ਤੇ ਆਪਣੇ ਅੰਦਰ ਹੀ ਅੰਦਰ ਕੁੜਦੇ ਰਹੋਗੇ। ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ। ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ। ਉਸਨੇ ਜੀਵ ਆਪ ਹੀ ਪੈਦਾ ਕੀਤੇ ਤੇ ਫਿਰ ਆਪਣਾ ਨਾਮ ਬਖਸ਼ ਕੇ ਆਪ ਹੀ ਸਵਾਰ ਦਿੱਤੇ। ਪੌੜੀ। ਪ੍ਰਭੂ ਬੇਅੰਤ ਕਿਛ ਅੰਤ ਨਾਹੀਂ ਸਭ ਤਿਸੈ ਕਰਨ। ਪਰਮਾਤਮਾ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਪੈ ਸਕਦਾ। ਸਾਰਾ ਜਗਤ ਉਸ ਪਰਮਾਤਮਾ ਨੇ ਹੀ ਬਣਾਇਆ ਹੈ। ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਨਾ। ਪਰਨਾ ਤੋਂ ਭਾਵ ਆਸਰਾ। ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਪਰ ਫਿਰ ਵੀ ਸਾਰੇ ਜੀਵਾਂ ਦਾ ਆਸਰਾ ਹੈ। ਹਸਤ ਦੇ ਪ੍ਰਤਪਾਲ ਦਾ ਭਰਨ ਪੋਖਣ ਕਰਨਾ। ਉਹ ਪ੍ਰਮਾਤਮਾ ਆਪ ਹੱਥ ਦੇ ਕੇ ਸਾਰੇ ਜੀਵਾਂ ਦੀ ਰੱਖਿਆ ਕਰਦਾ ਹੈ, ਸਭਨਾਂ ਨੂੰ ਪਾਲਦਾ ਹੈ। ਮਿਹਰਬਾਨ ਬਖਸ਼ਿੰਦ ਆਪ ਜਪ ਸੱਚੇ ਤਰਨਾ। ਉਹ ਪ੍ਰਮਾਤਮਾ ਮਿਹਰਬਾਨ ਹੈ, ਮਿਹਰ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਜੀਵ ਉਹਨੂੰ ਸਿਮਰ ਕੇ ਹੀ ਤਰਦੇ ਹਨ, ਸੰਸਾਰ ਸਮੁੰਦਰ ਤੋਂ ਪਾਰ ਲੰਘਦੇ ਹਨ। ਜੋ ਉਹਨੂੰ ਸਿਮਰ ਲੈਂਦੇ ਨੇ ਉਹ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾਣ ਤੋਂ ਬਚ ਜਾਂਦੇ ਨੇ। ਜੋ ਨਹੀਂ ਸਿਮਰਦੇ ਉਹ ਮਨਮੁਖ ਹੋ ਕੇ ਦੁਨਿਆਵੀ ਮੋਹ ਦੇ ਸਮੁੰਦਰ ਵਿੱਚ ਹੀ ਗੋਤੇ ਖਾਂਦੇ ਰਹਿੰਦੇ ਨੇ। ਜੋ ਤੁਧ ਭਾਵੈ ਸੋ ਭਲਾ ਨਾਨਕ ਦਾਸ ਸ਼ਰਨਾ। ਹੇ ਨਾਨਕ, ਇਹ ਆਖ ਕਿ ਜੋ ਕੁਝ ਤੇਰੀ ਰਜ਼ਾ ਦੇ ਵਿੱਚ ਹੋ ਰਿਹਾ ਉਹ ਠੀਕ ਹੀ ਠੀਕ ਹੈ, ਭਲਾ ਹੀ ਭਲਾ ਹੈ। ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਸ਼ਲੋਕ ਮਹਿਲਾ ਪੰਜਵਾਂ। ਤਿੰਨਾ ਭੁੱਖ ਨਾ ਕਰ ਰਹੀ ਜਿਸ ਦਾ ਪ੍ਰਭ ਹੈ ਸੋਏ। ਜਿਸ ਜਿਸ ਮਨੁੱਖ ਦੇ ਸਿਰ 'ਤੇ ਰਾਖਾ ਉਹ ਪ੍ਰਭੂ ਹੈ, ਜਿਨ੍ਹੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੱਤਾ, ਭੇਂਟ ਕਰ ਦਿੱਤਾ, ਉਹਨੂੰ ਕਿਸੇ ਵੀ ਚੀਜ਼ ਦੀ ਕੋਈ ਭੁੱਖ ਨਹੀਂ ਰਹਿ ਜਾਂਦੀ, ਖਾਸ ਕਰਕੇ ਮਾਇਆ ਦੀ। ਨਾਨਕ ਚਰਣੀ ਲੱਗਿਆ ਉਤਰੈ ਸਭੋ ਕੋਈ। ਹੇ ਨਾਨਕ, ਪਰਮਾਤਮਾ ਦੇ ਚਰਨੀ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ। ਮਹਿਲਾ ਪੰਜਵਾਂ। ਜਾਚਕ ਮੰਗੈ ਨਿਤ ਨਾਮ ਸਾਹਿਬ ਕਰੇ ਕਬੂਲ। ਜੋ ਮਨੁੱਖ ਮੰਗਤਾ ਬਣ ਕੇ ਮਾਲਕ ਪ੍ਰਭੂ ਤੋਂ ਸਦਾ ਨਾਮ ਮੰਗਦਾ ਹੈ, ਦੁਨਿਆਵੀ ਵਸਤੂਆਂ ਨਹੀਂ, ਨਾਮ ਮੰਗਦਾ ਹੈ, ਉਸ ਦੀ ਅਰਜ਼ ਮਾਲਕ ਜ਼ਰੂਰ ਕਬੂਲ ਕਰਦਾ ਹੈ। ਨਾਨਕ ਪਰਮੇਸ਼ਰ ਜਜ਼ਮਾਨ
तिसै भूख ना मूल। हे नानक, जिस मनुख दा जजमान आप परमेश्वर है, उसनूं रता भी माया दी भुख नहीं रहिंदी। एक गुज्जी जही चोट गुरु जी ने इत्थे पंडितां दे उपर कीती है, जिन्हां दे लई जजमान दूजे इंसान हुंदे ने, उन्हां दे भगत हुंदे ने, ते उन्हां भगतां तो उन्हां नूं माया दी झाक हुंदी है। पर गुरु जी कहंदे कि जिहदा जजमान वो परमात्मा होवे, उहनूं किसी भी तरह की किसी भी माया की कोई भुख नहीं हुंदी। पौड़ी। मन रत्ता गोविंद संग सच भोजन जोड़े। जो मनुख प्रभु की सिफत सलाह करता है, उहदा मन परमात्मा दे प्रेम रंग विच रंगिया जाता है। ते जदों मन परमात्मा दे प्रेम रंग विच रंगिया जाए तो परमात्मा का नाम ही चंगे भोजन ते जोड़े यानी कि पोशाके बन जाता है। प्रीत लगी हर नाम स्यो ए हस्ती घोड़े। जिहदी प्रीत परमात्मा दे नाम दे नाल लगी होवे, उहदे लई परमात्मा दा नाम ही हाथी ते घोड़े है। राज मिल्ख खुशियां घणी ध्याए मुख ना मोड़े। वो मनुख प्रभु दे सिमरन तो कदे मुख नहीं मोड़दा, अकदा नहीं। परमात्मा दा सिमरन ही उहदे लई राज जमीनां ते बेअंत खुशियां हैं। ढाडी दर प्रभ मंगना दर कदे ना छोड़े। ढाडी तो भाव प्रभु की सिफत सलाह करने वाला। तो जो ढाडी है वो परमात्मा के दर तो सदा मंगता है, परमात्मा के दर तो कदे दूर नहीं जाता, कदे परमात्मा के दर नूं छड्डदा नहीं। नानक मन तन चाओ एहो नित प्रभ को लोड़े। हे नानक, सिफत सलाह करन वाले दे मन विच ते तन विच सदा यही चाओ बनिया रहिंदा है। उहदा सदा ही परमात्मा नूं मिलण नूं दिल करता रहिंदा है। शुद्ध कीचे। गौड़ी राग दे विच दर्ज वार दा जो सैक्शन है वो इत्थे समाप्त हुंदा है ते इस तो अगे भगतां दी बाणी दा जो सैक्शन है वो शुरू हो जाता है। राग गौड़ी भगतां की बाणी, एक ओंकार सतनाम करता पुरख गुर प्रसाद। गौड़ी ग्वाररी श्री कबीर जियो के चौपदे। अब मोहे जलत राम जल पाया, राम उदक तन जलत बुझाया। रुहाओ। कबीर जी कहंदे कि भालदियां भालदियां हुण मैं प्रभु दे नाम दा अमृत लभ लिया है। प्रभु दे नाम रूपी अमृत लभ लिया है ते उस नाम अमृत ने मेरे सड़ते शरीर नूं ठंड पा दित्ती है। राम उदक तो भाव प्रभु का नाम अमृत। मन मारन कारण बन जाइए। मन नूं मारन दी खातर, मन मारन कारण दुनिया वल्लों, दुनिया दे मोह वल्लों मन नूं मारन खातर जंगलां दे विच जाईदा है, तीर्थां आदਿਕ ते जाईदा है। लेकिन उन्हां दे नाल उस दे नाल मन मरदा नहीं। जे दुनिया वल्लों मन असल दे विच मरदा है तां किवें सो जल बिन भगवंत ना पाईए। परमात्मा दे नाम अमृत रूपी जल, जिसकी पिछली पंक्ति दे विच गल होई, जिन्ने भगत कबीर जी कहंदे कि मेरे सड़ते हुए शरीर नूं ठंडक पहुँचाई, उस जल दे नाल मन नूं दुनिया दे मोह वल्लों मारिया जा सकता है। तो ये जल परमात्मा दे सिमरन तो बिना नहीं लभदा। ये जल किसी तीर्थां ते नहीं मिलता, ये जल किसी जंगलां दे विच नहीं मिलता। ये जल परमात्मा दे सिमरन तो मिलता है। जिह पावक सुर नर है जारे, राम उदक जन जलत उबारे। पावक तो भाव अग्नि, ते इत्थे माया दी भुख रूपी तृष्णा रूपी अग्नि की गल हो रही है। भगत कबीर जी कहंदे कि जिस तृष्णा रूप अग ने देवते ते मनुख साड़ सुट्टे सन, जिह पावक सुर नर है जारे, राम उदक जन जलत उबारे। अग नूं बुझाउण दे लई पानी वरतिया जाता है। इस तृष्णा की अग नूं बुझाउण दे लई परमात्मा दे नाम अमृत रूपी जल की वरतों हुंदी है। अमृत रूपी जल ने भगतां दे मन नूं शांत किया। राम उदक जन जलत उभारे, ते इस तृष्णा की अग तो परमात्मा दे भगतां नूं बचा लिया। भव सागर सुख सागर माही, पीव रहे जल निखुटत नाही। जो परमात्मा दे भगत हन, उन्हां दे लई
ਇਹ ਸੰਸਾਰ ਸਮੁੰਦਰ ਸੁੱਖਾਂ ਦਾ ਸਮੁੰਦਰ ਬਣ ਗਿਆ ਹੈ ਤੇ ਇਸ ਸੁੱਖਾਂ ਦੇ ਸਮੁੰਦਰ ਦੇ ਵਿੱਚੋਂ ਉਹ ਲਗਾਤਾਰ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਰੂਪ ਪਾਣੀ ਪੀ ਰਹੇ ਨੇ ਤੇ ਇਸ ਖਜ਼ਾਨੇ ਦੇ ਵਿੱਚ ਕਦੇ ਘਾਟ ਨਹੀਂ ਆਉਂਦੀ। ਇਹ ਨਾਮ ਅੰਮ੍ਰਿਤ ਕਦੇ ਮੁੱਕਦਾ ਨਹੀਂ, ਨਿਖੁੱਟਤ ਨਹੀਂ। ਕਹੇ ਕਬੀਰ ਭਜ ਸਾਰੰਗ ਪਾਣੀ, ਰਾਮ ਉਦਕ ਮੇਰੀ ਤਿਖਾ ਬੁਝਾਣੀ। ਕਬੀਰ ਆਖਦਾ ਹੈ ਕਿ ਹੇ ਮਨ, ਪ੍ਰਮਾਤਮਾ ਦਾ ਸਿਮਰਨ ਕਰ। ਪ੍ਰਮਾਤਮਾ ਦੇ ਨਾਮ ਅੰਮ੍ਰਿਤ ਨੇ ਮੇਰੀ ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ ਹੈ। ਭਗਤ ਕਬੀਰ ਜੀ ਦੇ ਲਿਖੇ ਹੋਏ ਇਸ ਪੂਰੇ ਸ਼ਬਦ ਦਾ ਭਾਵ ਬਣਦਾ ਹੈ ਕਿ ਸੰਸਾਰ ਸਮੁੰਦਰ ਵਿੱਚ ਜੀਵਾਂ ਦੇ ਮਨਾਂ ਨੂੰ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਤਪਾ ਰਹੀ ਹੈ। ਤੀਰਥ ਆਦਿਕਾਂ ਦਾ ਇਸ਼ਨਾਨ ਇਸ ਅੱਗ ਨੂੰ ਬੁਝਾ ਨਹੀਂ ਸਕਦਾ। ਪ੍ਰਮਾਤਮਾ ਦਾ ਨਾਮ ਅੰਮ੍ਰਿਤ ਹੀ ਤਪੇ ਹੋਏ ਹਿਰਦਿਆਂ ਨੂੰ ਠੰਡਾ ਕਰਕੇ ਸੁੱਖ ਦੇ ਸਕਦਾ ਹੈ। ਜੇ ਅੱਗ ਸਰੀਰ ਨੂੰ ਲੱਗੀ ਹੋਏ ਤਾਂ ਤੀਰਥਾਂ 'ਤੇ ਉਪਲਬਧ ਪਾਣੀ ਉਸ ਅੱਗ ਨੂੰ ਬੁਝਾ ਸਕਦਾ ਹੈ, ਕੋਈ ਦੋ ਰਾਏ ਨਹੀਂ। ਪਰ ਇਹ ਜੋ ਤ੍ਰਿਸ਼ਨਾ ਦੀ ਅੱਗ ਹੈ ਇਹ ਮਨ ਨੂੰ ਲੱਗੀ ਹੈ ਤੇ ਇਹਦੇ ਲਈ ਪਾਣੀ ਨਹੀਂ, ਨਾਮ ਅੰਮ੍ਰਿਤ ਚਾਹੀਦਾ ਹੈ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਕਾਏ ਰਹਾਓ। ਹੇ ਮਾਇਆ ਦੇ ਪਤੀ ਪ੍ਰਭੂ, ਤੇਰੇ ਨਾਮ ਅੰਮ੍ਰਿਤ ਦੀ ਤ੍ਰੇ ਮਿਟਦੀ ਨਹੀਂ। ਭਾਵ ਕਿ ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਹੀ ਨਹੀਂ। ਤੇਰਾ ਨਾਮ ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ। ਹੁਣ ਇੱਥੇ ਇੱਕ ਗੱਲ ਸਮਝ ਲੈਣੀ ਜ਼ਰੂਰੀ ਹੈ। ਪਿਛਲੇ ਅੰਗ ਦੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਆਪਾਂ ਇੱਕ ਬੜਾ ਮਹੱਤਵਪੂਰਨ ਸਬਕ ਸਿੱਖਿਆ ਸੀ ਤੇ ਉਹ ਇਹ ਸੀ ਕਿ ਮਨ ਦੀ ਤ੍ਰਿਪਤੀ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚੋਂ ਹੋ ਜਾਂਦੀ ਹੈ, ਦੁਨੀਆ ਦੇ ਮੋਹ ਦੇ ਵਿੱਚ ਕਦੇ ਹੁੰਦੀ ਨਹੀਂ। ਕਿਉਂਕਿ ਦੁਨੀਆ ਦੇ ਮੋਹ ਦੇ ਵਿੱਚ ਅਸੀਂ ਇੱਕ ਚੀਜ਼ ਹਾਸਲ ਕਰਦੇ ਹਾਂ, ਸਾਨੂੰ ਖੁਸ਼ੀ ਦਿੰਦੀ ਹੈ, ਅੱਗੇ ਤੋਂ ਉਤੋਂ ਵੱਡੀ ਚੀਜ਼ ਮਿਲੇਗੀ ਤਾਂ ਸਾਨੂੰ ਖੁਸ਼ੀ ਹੁੰਦੀ ਹੈ, ਨਹੀਂ ਤੇ ਨਹੀਂ ਹੁੰਦੀ। ਤਾਂ ਇੱਥੇ ਜਦੋਂ ਭਗਤ ਕਬੀਰ ਜੀ ਕਹਿੰਦੇ ਨੇ ਕਿ ਮੇਰੇ ਅੰਦਰ ਤੁਹਾਡਾ ਹੇ ਪ੍ਰਮਾਤਮਾ ਤੇਰਾ ਨਾਮ ਸਿਮਰਨ ਕਰਕੇ ਮੇਰੇ ਅੰਦਰ ਹੋਰ ਜ਼ਿਆਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਰਹੀ ਹੈ, ਤਾਂ ਇੱਥੇ ਇਹ ਨਹੀਂ ਸਮਝ ਲੈਣਾ ਕਿ ਭਗਤ ਜੀ ਦੀ ਤ੍ਰਿਪਤੀ ਨਹੀਂ ਹੋ ਰਹੀ। ਇੱਥੇ ਇਹ ਹੈ ਕਿ ਨਾਮ ਸਿਮਰਨ ਦੇ ਵਿੱਚੋਂ ਉਹਨਾਂ ਨੂੰ ਸਵਾਦ ਆ ਰਿਹਾ ਹੈ, ਮਜ਼ਾ ਆ ਰਿਹਾ ਹੈ ਤੇ ਉਹਨਾਂ ਦਾ ਹੋਰ ਸਿਮਰਨ ਨੂੰ ਦਿਲ ਕਰ ਰਿਹਾ ਹੈ। ਇੱਥੇ ਸਬਜੈਕਟਿਵ ਤੌਰ 'ਤੇ ਮਾਤਰਾ ਦੇ ਰੂਪ ਦੇ ਵਿੱਚ ਕੋਈ ਚੀਜ਼ ਵੱਡੀ ਨਹੀਂ ਮਿਲ ਰਹੀ। ਇਹ ਨਹੀਂ ਹੈ ਕਿ ਨਾਮ ਸਿਮਰਨ ਕੋਈ ਵਸਤੂ ਹੈ, ਅੱਜ ਥੋੜ੍ਹੀ ਜਿਹੀ ਮਿਲੀ ਤੇ ਖੁਸ਼ੀ ਹੋਈ ਤੇ ਅੱਗੇ ਉਹਨਾਂ ਦਾ ਹੋਰ ਖੁਸ਼ੀ ਲੈਣ ਨੂੰ ਜੀ ਕਰਦਾ ਤੇ ਉਹਨਾਂ ਨੂੰ ਉਹ ਵਧੇਰੇ ਚਾਹੀਦੀ ਹੈ। ਨਾਮ ਸਿਮਰਨ ਜੋ ਹੈ ਉਹ ਇੱਕ ਮਿੱਥੀ ਹੋਈ ਮਿਕਦਾਰ ਹੈ, ਉਹਦੀ ਮਿਕਦਾਰ ਵੱਧਦੀ ਘਟਦੀ ਨਹੀਂ। ਉਸੇ ਮਿਕਦਾਰ ਦੇ ਵਿੱਚੋਂ ਹੀ ਤੁਹਾਨੂੰ ਵੱਧ ਤੋਂ ਵੱਧ ਸਵਾਦ ਆਉਂਦਾ ਰਹਿੰਦਾ ਹੈ। ਤੁਹਾਡਾ ਦਿਲ ਕਰਦਾ ਰਹਿੰਦਾ ਹੈ ਕਿ ਤੁਸੀਂ ਨਾਮ ਸਿਮਰਨ ਕਰਦੇ ਹੀ ਰਹੋ, ਕਰਦੇ ਹੀ ਰਹੋ। ਜਿਵੇਂ ਆਪਾਂ ਪਿਛਲੇ ਅੰਗ ਦੀ ਬਾਣੀ ਵਿੱਚ ਇੱਕ ਤਨਖਾਹ 'ਤੇ ਕੰਮ ਕਰਨ ਵਾਲੇ ਇਨਸਾਨ ਦੀ ਉਦਾਹਰਣ ਲਈ ਸੀ ਤੇ ਕਿਹਾ ਸੀ ਕਿ ਪਹਿਲੀ ਤਨਖਾਹ ਦੇ ਵਿੱਚ ਖੁਸ਼ੀ ਹੁੰਦੀ ਹੈ, 2-3 ਤਨਖਾਹਾਂ ਬਾਅਦ ਖੁਸ਼ੀ ਹੋਣੀ ਬੰਦ ਹੋ ਜਾਂਦੀ ਹੈ। ਹੁਣ ਤਨਖਾਹ ਦੀ ਜੋ ਮਿਕਦਾਰ ਹੈ ਉਹ ਸੇਮ ਹੈ, ਉਨੀ ਹੀ ਹੈ, ਇਸ ਕਰਕੇ ਖੁਸ਼ੀ ਨਹੀਂ ਹੁੰਦੀ। ਤਾਂ ਇੱਥੇ ਨਾਮ ਦੀ ਮਿਕਦਾਰ ਸੇਮ ਹੈ, ਮਿਕਦਾਰ ਉਹੀ ਹੈ, ਪਰ ਖੁਸ਼ੀ ਤਾਂ ਵੀ ਹੁੰਦੀ ਰਹਿੰਦੀ ਹੈ। ਇਹ ਮਹੱਤਵਪੂਰਨ ਗੱਲ ਹੈ ਇੱਥੋਂ ਸਿੱਖਣ ਵਾਲੀ। ਤੇ ਕਿਉਂਕਿ ਖੁਸ਼ੀ ਹੁੰਦੀ ਰਹਿੰਦੀ ਹੈ ਇਸੇ ਲਈ ਭਗਤ ਜੀ ਕਹਿੰਦੇ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਡਾ ਨਾਮ ਸਿਮਰੀ ਜਾਵਾਂ, ਤੇਰਾ ਨਾਮ ਅੰਮ੍ਰਿਤ ਪੀਂਦਾ ਹੀ ਰਹਾਂ। ਤੇ ਅਗਲੀਆਂ ਜੋ ਪੰਕਤੀਆਂ ਇਸੇ ਸ਼ਬਦ ਦੀਆਂ ਹਨ, ਉਹਨਾਂ ਦੇ ਵਿੱਚ ਭਗਤ ਜੀ ਆਪਣਾ ਤੇ ਪ੍ਰਮਾਤਮਾ ਦਾ ਰਿਸ਼ਤਾ ਵੱਖ-ਵੱਖ ਉਦਾਹਰਨਾਂ ਦੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਹਿੰਦੇ ਹਨ, ਤੂੰ ਜਲ ਨਿਧ ਹਉ ਜਲ ਕਾ ਮੀਨ, ਜਲ ਮਹਿ ਰਹੋ ਜਲੈ ਬਿਨ ਖੀਨ। ਕਹਿੰਦੇ ਹੇ ਪ੍ਰਮਾਤਮਾ ਤੂੰ ਜਲ ਦਾ ਖਜ਼ਾਨਾ ਹੈ, ਤੂੰ ਸਮੁੰਦਰ ਹੈ ਤੇ ਮੈਂ ਉਸ ਜਲ ਦੇ ਵਿੱਚ ਰਹਿਣ ਵਾਲਾ ਮੱਛ ਹਾਂ। ਮੈਂ ਜਲ ਦੇ ਵਿੱਚ ਜਿਉਂਦਾ ਰਹਿ ਸਕਦਾ, ਜਲ ਤੋਂ ਬਿਨਾਂ ਮੈਂ ਮਰ ਜਾਂਦਾ ਹਾਂ। ਅੱਗੇ ਕਹਿੰਦੇ, ਤੂੰ ਪਿੰਜਰ ਹਉ ਸੂਅਟਾ ਤੋਰ, ਜਮ ਮੰਜਾਰ ਕਹਾਂ ਕਰੈ ਮੋਰ। ਸੂਅਟਾ ਤੋਂ ਭਾਵ ਕਮਜ਼ੋਰ ਤੇ ਮੰਜਾਰ ਤੋਂ ਭਾਵ ਬਿੱਲਾ। ਭਗਤ ਜੀ ਕਹਿੰਦੇ ਕਿ ਹੇ ਪ੍ਰਮਾਤਮਾ ਤੂੰ ਪਿੰਜਰਾ ਹੈ ਤੇ ਮੈਂ ਉਸ ਪਿੰਜਰੇ ਦੇ ਵਿੱਚ ਰਹਿਣ ਵਾਲਾ ਇੱਕ ਕਮਜ਼ੋਰ ਜਿਹਾ ਤੋਤਾ ਹਾਂ। ਦੁਨਿਆਵੀ
दृष्टि तो वेखीए तो इंज जापेगा कि जे तोता पिंजरे दे विच बंद है तो ये खुश होने वाली किहड़ी गल है। पिंजरा तो एक तरह की सज़ा हुई, पर जे गुरमुखां की दृष्टि तो देखीए तो खास करके जदों असीं अगली पंक्ति पढ़ते हैं कि जम मंजार कहाँ करै मोर के जम रूप बिल्ला मेरा की बिगाड़ सकता है, तो इत्थे वो पिंजरा उहदे लई सुरखिया कवच बन गया। जे पिंजरा ना होए तो बिल्ला उस तोते नूं खा जाएगा। सो जे परमात्मा दे आसरे रूप पिंजरा परमात्मा दे भगत दे दुआले बनिया होया है, तो विकार रूप बिल्ले उस भगत का कुछ विगाड़ नहीं सकते। सो वो पिंजरा सजा नहीं आसरा बन जाता है। तू तरवर हौ पंखी आहे मंद भागी तेरो दर्शन नाहे। तरवर तो भाव रुख। भगत जी कहते कि हे प्रभु तू सोहना रुख है तो मैं उस रुख के आसरे रहन वाला पंछी हाँ, मैनू मंद भागी नूं अजे तेरा दर्शन नसीब नहीं होया। तू सतगुर हौ नौतन चेला कह कबीर मिल अंत की बेला। हे प्रभु तू मेरा गुरु है, मैं तेरा नवा नवा सिख हाँ। दुनियावी दृष्टि दे विच गल करिए, जदों कोई भी चीज़ नवी नवी सानू मिलती है तो सानू जरूर चंगी लगती है, तो गुरु का भी यही हाल हुंदा है। असी किसी नवे विद्यक अदारे दे विच चले जाइए तो शुरू दे विच सारे ही अध्यापक सानू बड़े चंगे लगते हैं, साडे गुरु हुंदे ने सानू बड़े चंगे लगते हैं। तो भगत जी भी यही कह रहे हैं कि जिमें नवे सिख नूं नवे विद्यार्थी नूं अध्यापक बड़ा चंगा लगता है, गुरु चंगा लगता है, उस प्रकार ही कहते हे परमात्मा तू मेरा गुरु है, मैं तेरा नवा जिहा सिख हाँ, पर मेरे मनुखे जन्म का अखीर वेला है, इस करके तू मैनू जरूर मिल। कह कबीर मिल अंत की बेला। सो इस दे नाल ही श्री गुरु ग्रंथ साहिब जी के 323वें अंग की बाणी की व्याख्या की समाप्ति होंदी है जी। अज के अंक की बाणी दे विच असीं जो राग गौड़ी दे विच दर्ज गुरु साहिबानां दीयां लिखियां होईयां वारां सन, उस अध्याय की समाप्ति की है ते भगतां दी बाणी के अध्याय की शुरुआत की है। जो वार असी पढ़ी उहदे विच उस परमात्मा की सिफत सलाह सी। सानू गुरु साहिबान ने दस्सिया कि किवें परमात्मा का नाम प्रेतां नूं भी देवते करन की समर्था रखता है, ते किवें वो धंधे कोझे ने घाटे वाले ने जिहड़े सानू परमात्मा तो दूर करते हैं। ते नाल दी नाल सानू समझाया कि जिस मनुख की प्रीत परमात्मा के नाम नाल लग जाए, उहदे लई परमात्मा का नाम ही सोहणियां चंगियां पोशाकां, जमीनां जायदादां, हाथी घोड़े सब कुछ हो जाता है। वधेरियां खुशियां भी परमात्मा का नाम ही हो जाता है। तो फिर भगत कबीर जी ने मनुख के मन दे विच पलदी हुई मनुख के मन नूं चुंबड़ी हुई तृष्णा की अग की गल की, ते किवें परमात्मा के नाम रूपी अमृत ही उस अग नूं बुझाउण की समर्था रखता है, तीर्थां आदਿਕ तो मिलण वाला पानी नहीं। ते आखिरी वाले शब्द दे विच असीं ये समझिया कि किवें दुनियावी संदर्भ दे विच देखिया जो वस्तुआं जिन्हां दा सानू मोह हुंदा है वो साडे मन नूं तृप्त नहीं होण दिंदियां। वो तृप्ति ते परमात्मा दे नाम तो मिलण वाली तृप्ति दे विच की फर्क है। किवें जे साडा परमात्मा का नाम होर ज़्यादा जपण नूं जी कर रहा है तो उन्होंने असीं ये नहीं कह सकते कि असीं तृप्त नहीं होए। ये गल असीं जाणी ते भगत कबीर जी ने वख-वख उदाहरणां दे नाल अपना ते परमात्मा का रिश्ता बयान किया। सो तुहाडे सबनां दे अगे गुजारिश है कि तुसीं जेकर वीडियो नूं अंत तक वेखिया है, सुनिया है, तुहानूं चंगी लगी है, अगे जरूर शेयर कर दिओ। गुरबाणी का लोकां दे जीवनां दे विच पहुँचना काफ़ी महत्वपूर्ण है, क्योंकि अज दी भज दौड़ भरी जिंदगी दे विच गुरबाणी ही साडा सहारा बन सकती है। सो उम्मीद करते हैं तुसीं साडी इस गुजारिश नूं जरूर कबूल करोगे, मनोगे। इत्थे ही अज दी वीडियो की समाप्ति करते हैं जी। वाहिगुरू जी का खालसा, वाहिगुरू जी की फतेह।